इस वीडियो ਵਿੱਚ ਦਿੱਤੀ ਗਈ ਨਿਮਨ ਜਾਣਕਾਰੀ ਤੁਹਾਡੀ ਸਰਜਰੀ ਦੀ ਤਿਆਰੀ ਕਰਨ ਲਈ ਹਿਦਾਇਤਾਂ ਹਨ। ਹਾਲਾਂਕਿ ਵੱਖ ਸਰਜਨਾਂ ਦਾ ਵੱਖ ਪ੍ਰੋਟੋਕਾਲ ਅਤੇ ਕਾਰਵਾਈ ਹੋ ਸਕਦੀ ਹੈ। ਜੇਕਰ ਤੁਹਾਡੀ ਸਰਜਰੀ ਲਈ ਕੋਈ ਵੀ ਖਾਸ ਜਾਣਕਾਰੀ ਵੱਖ ਹੋਵੇਗੀ ਤਾਂ ਤੁਹਾਡੇ ਸਰਜਨ ਤੁਹਾਨੂੰ ਸੂਚਿਤ ਕਰਨਗੇ। ਤੁਹਾਨੂੰ ਜੋ ਕੁਝ ਵੀ ਪਤਾ ਕਰਨ ਦੀ ਲੋੜ ਹੈ ਅਸੀਂ ਉਹ ਦੱਸਣ ਜਾ ਰਹੇ ਹਾਂ। ਘਰ ਵਿੱਚ ਕਰਨ ਲਈ ਪ੍ਰੀ ਸਰਜਰੀ ਕਸਰਤਾਂ ਤੁਹਾਡੇ ਮੁੜ ਵਾਪਸ ਆਉਣ ਅਤੇ ਰਹਿਣ ਵਾਸਤੇ ਸੌਖਾ ਬਣਾਉਣ ਲਈ ਆਪਣੇ ਘਰ ਦਾ ਸੈਟਅਪ ਕਿਵੇਂ ਕਰੀਏ। ਹਸਪਤਾਲ ਵਿੱਚ ਕੀ ਲਵਾਉਣਾ ਹੈ, ਸਰਜਰੀ ਦੇ ਤੁਰੰਤ ਬਾਅਦ ਅਤੇ ਹਸਪਤਾਲ ਵਿੱਚ ਆਪਣੇ ਰਹਿਣ ਦੇ ਦੌਰਾਨ ਕੀ ਉਮੀਦ ਕਰੀਏ। ਪੀੜ ਪ੍ਰਬੰਧਨ ਜਦੋਂ ਤੁਸੀਂ ਘਰ ਜਾਓ ਤੁਹਾਨੂੰ ਸੁਰੱਖਿਅਤ ਰੱਖਣ ਲਈ ਸਰਜਰੀ ਦੇ ਬਾਅਦ ਬਚਾਵ। ਸਰਜਰੀ ਬਾਅਦ ਤੁਹਾਡੀ ਸਿਹਤਯਾਬੀ ਵਿੱਚ ਮਦਦਗਾਰ ਕਸਰਤਾਂ। ਬਾਅਦ ਵਿੱਚ ਦੇਖਭਾਲ ਲਈ ਹੋਰ ਖਾਸ ਹਿਦਾਇਤਾਂ। ਸਰਜਰੀ ਤੋਂ ਪਹਿਲਾਂ ਤੁਹਾਡਾ ਕਸਰਤ ਕਰਨਾ ਉਨਾ ਜ਼ਰੂਰੀ ਹੈ ਜਿੰਨਾ ਸਰਜਰੀ ਦੇ ਬਾਅਦ। ਹੇਠਾਂ ਦਿੱਤੀ ਕਸਰਤਾਂ ਤੁਹਾਨੂੰ ਜ਼ਰੂਰੀ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਅਤੇ ਤੁਹਾਡੀ ਸਿਹਤਯਾਬੀ ਲਈ ਤੇਜ਼ੀ ਲਿਆਉਣ ਵਿੱਚ ਮਦਦ ਮਿਲੇਗੀ। ਇਹ ਕਸਰਤ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਡਾਕਟਰ ਨਾਲ ਮਸ਼ਵਰਾ ਕਰੋ। ਸਰਜਰੀ ਤੋਂ ਪਹਿਲਾਂ ਜਿੰਨਾ ਹੋ ਸਕੇ ਤੁਸੀਂ ਕਿਰਿਆਸ਼ੀਲ ਰਹਿਣ ਦੀ ਕੋਸ਼ਿਸ਼ ਕਰੋ। ਤੁਸੀਂ ਜ਼ਰੂਰਤ ਦੇ ਅਨੁਸਾਰ ਬ੍ਰੇਕ ਲੈਂਦੇ ਹੋਏ ਇੱਕ ਦਿਨ ਵਿੱਚ 20 ਮਿੰਟ ਦੀ ਕੁੱਲ ਪੈਦਲ ਚਾਲ ਦਾ ਇੱਕ ਰੋਜ਼ਾਨਾ ਪ੍ਰੋਗਰਾਮ ਬਣਾ ਕੇ ਲਾਗੂ ਕਰਨ ਦੀ ਕੋਸ਼ਿਸ਼ ਕਰੋ। ਇਹ ਤੁਹਾਡੇ ਜਿਗਰ ਦੀ ਤਾਕਤ ਵਿੱਚ ਸੁਧਾਰ ਸਰਜਰੀ ਦੇ ਦੌਰਾਨ ਅਤੇ ਬਾਅਦ ਵਿੱਚ ਦੋਨਾਂ ਲਈ ਬਹੁਤ ਹੀ ਮਦਦਗਾਰ ਹੋਵੇਗਾ। ਤੁਹਾਡੇ ਜੋੜਾਂ ਵਿੱਚ ਹੱਡੀ ਦੀਆਂ ਪੀੜ ਦੇ ਕਾਰਨ ਤੁਹਾਡੀ ਗਤੀਵਿਧੀ ਸੀਮਿਤ ਹੈ ਤਾਂ ਆਪਣੇ ਮਕਾਮੀ ਸਮੁਦਾਇ ਕੇਂਦਰ ਦੇ ਪੂਲ ਵਿੱਚ ਨੇਮੀ ਐਕਵਾਫਿਟ ਕਲਾਸ ਵਿੱਚ ਸ਼ਾਮਿਲ ਹੋਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜੇਕਰ ਇਹ ਪ੍ਰਬੰਧ ਕਰਨ ਲਾਇਕ ਹੈ ਤਾਂ ਇੱਕ ਅਹਿਲ ਬਾਈਕ ਦੀ ਵਰਤੋਂ ਵੀ ਇੱਕ ਵਿਕਲਪ ਹੋਵੇਗਾ। ਜੇਕਰ ਤੁਹਾਡਾ ਸੰਤੁਲਨ ਖਰਾਬ ਹੈ ਜਾਂ ਇੱਕ ਸੋਟੀ ਜਾਂ ਇੱਕ ਵਾਕਰ ਦੇ ਰੂਪ ਵਿੱਚ ਸਹਾਇਕ ਦੀ ਵਰਤੋਂ ਕਰਦੇ ਹੋ ਤਾਂ ਸੁਰੱਖਿਅਤ ਰੂਪ ਵੱਲੋਂ ਅਹਿਲ ਬਾਈਕ ਵਿੱਚ ਚੜ੍ਹਨ ਉਤਰਨ ਲਈ ਜ਼ਰੂਰੀ ਸਹਾਇਤਾ ਯਕੀਨੀ ਬਣਾਓ। ਤੁਹਾਡੇ ਸਰੀਰ ਦੇ ਉੱਪਰੀ ਹਿੱਸੇ ਨੂੰ ਮਜ਼ਬੂਤ ਬਣਾਉਣਾ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਤੁਸੀਂ ਸੁਰੱਖਿਅਤ ਰੂਪ ਵੱਲੋਂ ਇੱਕ ਵਾਕਰ ਜਾਂ ਕਿਸੇ ਵੀ ਹੋਰ ਚਾਲ ਸਹਾਇਕ ਦੀ ਵਰਤੋਂ ਕਰਨ ਵਿੱਚ ਸਮਰੱਥ ਹੋਣ। ਤੁਹਾਡੀ ਸਰਜਰੀ ਦੇ ਬਾਅਦ ਤੁਹਾਡੇ ਸਰਜਰੀ ਕੀਤੇ ਹੋਏ ਪੈਰ ਵੱਲੋਂ ਤਣਾਅ ਘੱਟ ਕਰਨ ਲਈ ਸ਼ੁਰੂਆਤ ਵਿੱਚ ਆਪਣੀ ਬਾਹਾਂ ਅਤੇ ਮੋਢਿਆਂ ਦੀ ਤਾਕਤ ਉੱਤੇ ਭਰੋਸਾ ਕਰਨਾ ਪੈ ਸਕਦਾ ਹੈ। ਚੰਗੀ ਤਰ੍ਹਾਂ ਸਮਰਥਿਤ ਹੱਥੀ ਵਾਲੀ ਇੱਕ ਅਹਿਲ ਕੁਰਸੀ ਉੱਤੇ ਬਹਿ ਜਾਓ। ਛੇਤੀ ਹੀ ਸਰਜਰੀ ਹੋਣ ਵਾਲੀ ਆਪਣੀ ਲੱਤ ਨੂੰ ਥੋੜਾ ਅੱਗੇ ਕਰੋ ਅਤੇ ਆਪਣੇ ਮਜ਼ਬੂਤ ਪੈਰ ਨੂੰ ਮਜ਼ਬੂਤੀ ਵੱਲੋਂ ਫਰਸ਼ ਉੱਤੇ ਪੈਰ ਦੇ ਨਾਲ ਕੁਰਸੀ ਦੇ ਨੇੜੇ ਰੱਖੋ। ਕੁਰਸੀ ਦੀ ਹੱਥੀ ਉੱਤੇ ਆਪਣੇ ਹੱਥ ਚੂਲੇ ਦੇ ਨਾਲ ਲਾਈਨ ਵਿੱਚ ਰੱਖਦੇ ਹੋਏ ਅਰਕ ਵੱਲੋਂ ਮਜ਼ਬੂਤੀ ਦੇ ਕੇ ਹੱਥਾਂ ਨੂੰ ਹੇਠਾਂ ਧੱਕਾ ਦਿੱਤੇ ਹੋਏ ਆਪਣੇ ਚੂਲੇ ਨੂੰ ਕੁਰਸੀ ਵੱਲੋਂ ਉੱਤੇ ਚੁੱਕੋ। 3 ਤੋਂ 5 ਸੈਕਿੰਡ ਲਈ ਇਸ ਹਾਲਤ ਵਿੱਚ ਰੱਖੋ ਅਤੇ ਸ਼ੁਰੂਆਤੀ ਹਾਲਤ ਵਿੱਚ ਹੌਲੀ-ਹੌਲੀ ਆਪਣੇ ਆਪ ਨੂੰ ਹੇਠਾਂ ਕਰੋ। ਹਰ ਰੋਜ਼ 3 ਤੋਂ 5 ਵਾਰ 10 ਦੁਹਰਾਵ ਪੂਰੇ ਕਰੋ। ਤੁਹਾਡੇ ਚੂਲੇ ਦੇ ਜੋੜ ਵਿੱਚ ਪੱਟ ਦੀ ਹੱਡੀ ਤੌਰ ਤੇ ਪਹਿਚਾਣ ਕੀਤਾ ਜਾਣ ਵਾਲਾ ਫੀਮਰ ਦਾ ਸਿਰਾ ਸ਼ਾਮਿਲ ਹੈ ਜੋ ਐਸੀਟੈਬੂਲਮ ਵਿੱਚ ਫਿੱਟ ਹੋਣ ਵਾਲੀ ਤੁਹਾਡੀ ਸ਼੍ਰੋਣੀ ਦੀ ਹੱਡੀ ਦੀ ਸੌਕੇਟ ਹੈ। ਇੱਕ ਗਠੀਆ ਵਾਲੇ ਚੂਲੇ ਦੀ ਇਹ ਤਸਵੀਰ ਤੋਂ ਪਤਾ ਚੱਲਦਾ ਹੈ ਤੁਹਾਡਾ ਚੂਲਾ ਹੁਣ ਕਿਵੇਂ ਨਜ਼ਰ ਆ ਸਕਦਾ ਹੈ। ਇਸ ਤਸਵੀਰ ਤੋਂ ਪਤਾ ਚੱਲਦਾ ਹੈ ਸਰਜਰੀ ਦੇ ਬਾਅਦ ਇਹ ਕਿਵੇਂ ਵਿਖੇਗਾ। ਜਿਵੇਂ ਤੁਸੀਂ ਵੇਖ ਸਕਦੇ ਹੋ ਤਾਕਤ ਅਤੇ ਸਥਿਰਤਾ ਲਈ ਨਕਲੀ ਅੰਗ ਹੱਡੀ ਵਿੱਚ ਸੁਰੱਖਿਅਤ ਹੋਵੇਗਾ ਜੋ ਤੁਹਾਡੇ ਵਰਤਮਾਨ ਖੁਰਦਰੇ ਸੁਕੜੂ ਦਰਦ ਕਰਨ ਵਾਲੇ ਜੋੜ ਦੀ ਥਾਂ ਤੇ ਆਰਾਮ ਨਾਲ ਕੰਮ ਕਰਨ ਵਾਲੇ ਬਾਲ ਅਤੇ ਸੌਕੇਟ ਵਾਲਾ ਜੋੜ ਦਿੰਦਾ ਹੈ। ਐਰੋਬਿਕ ਅਤੇ ਹੱਥ ਮਜ਼ਬੂਤ ਬਣਾਉਣ ਵਾਲੀ ਕਸਰਤਾਂ ਦੇ ਇਲਾਵਾ ਹੇਠਾਂ ਦਿੱਤੀ ਹੋਈ 4 ਕਸਰਤਾਂ ਖਾਸ ਮਾਂਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਅਤੇ ਸਰਜਰੀ ਬਾਅਦ ਗਤੀਸ਼ੀਲਤਾ ਅਤੇ ਰਿਕਵਰੀ ਵਿੱਚ ਤੁਹਾਡੀ ਮਦਦ ਕਰੇਗੀ। ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਲੇਟਣ ਲਈ ਇੱਕ ਉੱਚੀ ਸਪੌਟ ਥਾਂ ਦੀ ਲੋੜ ਹੋਵੇਗੀ। ਤੁਹਾਡਾ ਬਿਸਤਰ ਇੱਕ ਸਹੀ ਥਾਂ ਹੈ। ਤੁਹਾਨੂੰ ਇੱਕ ਕੁਆਡ ਰੋਲ ਜੋ ਕਿ ਇੱਕ ਮੋਟਾ ਇਸ਼ਨਾਨ ਤੌਲੀਆ 12 ਇੰਚ ਲੰਬਾ ਅਤੇ 6 ਇੰਚ ਵਿਆਸ ਵਿੱਚ ਮੋੜ ਕੇ ਰਚਿਆ ਹੋਏਗਾ। ਇਸ ਤੋਂ ਇਲਾਵਾ ਇੱਕ ਪਲਾਸਟਿਕ ਥੈਲੀ ਦੀ ਲੋੜ ਹੋਵੇਗੀ। ਨਿਮਨਲਿਖਤ 4 ਕਸਰਤਾਂ ਵਿੱਚੋਂ ਹਰ ਇੱਕ ਦੋਨਾਂ ਪੈਰਾਂ ਲਈ ਪ੍ਰਤੀ ਪੈਰ 10 ਸੈੱਟ ਪ੍ਰਤੀ ਦਿਨ 3 ਤੋਂ 5 ਵਾਰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਆਪਣੀ ਪਿੱਠ ਦੇ ਵੱਲ ਲੇਟ ਆਪਣੀ ਲੱਤਾਂ ਸਿੱਧੀਆਂ ਰੱਖ ਇੱਕ ਪੈਰ ਬਾਹਰ ਸਲਾਈਡ ਕਰੋ ਅਤੇ ਵਾਪਸ ਸ਼ੁਰੂ ਕਰਨ ਦੀ ਹਾਲਤ ਵਿੱਚ ਲੈ ਆਓ। ਜੇਕਰ ਬਿਸਤਰੇ ਉੱਤੇ ਆਪਣੀ ਲੱਤ ਸਲਾਈਡ ਕਰਨ ਨਾਲ ਕਠਿਨਾਈ ਹੁੰਦੀ ਹੈ ਤਾਂ ਇੱਕ ਫਿਸਲਣ ਸਤਹ ਬਣਾਉਣ ਵਿੱਚ ਮਦਦ ਅਤੇ ਰਗੜ ਨੂੰ ਖਤਮ ਕਰਨ ਲਈ ਇਸ ਦੇ ਹੇਠਾਂ ਇੱਕ ਪਲਾਸਟਿਕ ਬੈਗ ਰੱਖਣ ਦੀ ਕੋਸ਼ਿਸ਼ ਕਰੋ। ਆਪਣੀ ਪਿੱਠ ਦੇ ਵੱਲ ਲੇਟ ਇਕੱਠੇ ਮਜ਼ਬੂਤੀ ਨਾਲ ਆਪਣੇ ਚਿੱਤੜ ਘੁੱਟ ਦਿਓ। 5 ਸੈਕਿੰਡ ਲਈ ਫੜੋ ਤੇ ਫਿਰ ਆਰਾਮ ਕਰੋ। ਆਪਣੇ ਗੋਡਿਆਂ ਨੂੰ ਝੁਕਾਵ ਦੇ ਆਪਣੀ ਪਿੱਠ ਦੇ ਬਲ ਲੇਟ ਜਾਓ। ਇਕੱਠੇ ਆਪਣੇ ਚਿੱਤੜ ਘੁੱਟ ਦਿਓ
ਅਤੇ ਆਪਣੇ ਚੂਲੇ ਬਿਸਤਰੇ ਵੱਲੋਂ 4 ਤੋਂ 6 ਇੰਚ ਉੱਤੇ ਚੁੱਕੋ। ਆਪਣੇ ਚੂਲੇ ਨੂੰ ਚੁੱਕਣ ਵਿੱਚ ਮਦਦ ਲਈ ਆਪਣੀ ਲੱਤਾਂ ਅਤੇ ਅਰਕ ਵੱਲੋਂ ਧੱਕਾ ਦਿਓ। ਹੌਲੀ ਹੌਲੀ ਸ਼ੁਰੂ ਕਰਨ ਦੀ ਹਾਲਤ ਨੂੰ ਪਰਤਣ ਤੋਂ ਪਹਿਲਾਂ 3 ਤੋਂ 5 ਸੈਕਿੰਡ ਲਈ ਉੱਥੇ ਫੜੋ। ਹੌਲੀ ਹੌਲੀ ਸ਼ੁਰੂ ਕਰਨ ਦੀ ਹਾਲਤ ਨੂੰ ਪਰਤਣ ਤੋਂ ਪਹਿਲਾਂ ਆਪਣੇ ਪਿੱਠ ਦੇ ਬਲ ਲੇਟ ਆਪਣੇ ਗੋਡੇ ਦੇ ਹੇਠਾਂ ਕੁਆਡ ਰੋਲ ਰੱਖੋ। ਆਪਣੇ ਗੋਡੇ ਦੇ ਪਿੱਛਾਂ ਨੂੰ ਰੋਲ ਉੱਤੇ ਮਜ਼ਬੂਤੀ ਨਾਲ ਰੱਖੋ। ਮਗਰੋਂ ਬਿਸਤਰੇ ਵੱਲੋਂ ਆਪਣੀ ਅੱਡੀ ਉੱਤੇ ਚੁੱਕੋ। ਪੂਰੀ ਹਰਕਤ ਦੌਰਾਨ ਆਪਣੇ ਗੋਡੇ ਦੇ ਪਿੱਛੇ ਨੂੰ ਰੋਲ ਉੱਤੇ ਆਰਾਮ ਨਾਲ ਰੱਖਣਾ ਯਕੀਨੀ ਬਣਾਓ। ਆਪਣੇ ਗੋਡੇ ਨੂੰ ਪੂਰੀ ਤਰ੍ਹਾਂ ਸਿੱਧਾ ਕਰੋ ਅਤੇ ਹੌਲੀ ਹੌਲੀ ਵਾਪਸ ਸ਼ੁਰੂ ਕਰਨ ਦੀ ਹਾਲਤ ਨੂੰ ਪਰਤਣ ਨੂੰ ਪਹਿਲਾਂ 3 ਤੋਂ 5 ਸੈਕਿੰਡ ਲਈ ਫੜੋ। ਆਪਣੇ ਘਰ ਦੀ ਪਹਿਲਾਂ ਤੋਂ ਤਿਆਰੀ ਨਾਲ ਆਪਣੇ ਆਪ ਨੂੰ ਸਰਜਰੀ ਤੋਂ ਬਾਅਦ ਸਭ ਤੋਂ ਵਧੀਆ ਮੁਮਕਨ ਘਰ ਵਾਪਸ ਦਿਓ। ਸਮਾਨ ਆਸਾਨ ਪਹੁੰਚ ਦੇ ਅੰਦਰ ਰੱਖੋ। ਇਸਤੇਮਾਲ ਹੋਣ ਵਾਲਾ ਸਾਰਾ ਸਾਂਝਾ ਸਮਾਨ ਤੁਸੀਂ ਆਪਣੀ ਪਹੁੰਚ ਦੇ ਨੇੜੇ ਰੱਖੋ, ਜਿਹੜਾ ਤੁਸੀਂ ਸਰਜਰੀ ਦੇ ਬਾਅਦ ਸਾਵਧਾਨੀਆਂ ਨੂੰ ਪਰਤੇ ਬਿਨਾਂ ਵਰਤੋਂ ਕਰ ਸਕਦੇ ਹੋ। ਮਿਸਾਲ ਲਈ, ਆਪਣੇ ਫ੍ਰਿਜ ਵਿੱਚ ਖਾਣ ਵਾਲੇ ਪਦਾਰਥ ਉੱਚੀ ਥਾਂ ਤੇ ਰੱਖੋ। ਕਿਸੇ ਵੀ ਝੁਕਣ, ਪਹੁੰਚਣ ਜਾਂ ਚੜ੍ਹਾਈ ਨੂੰ ਘੱਟ ਕਰਨ ਲਈ ਰੋਜ਼ਾਨਾ ਦੀਆਂ ਚੀਜ਼ਾਂ ਅਤੇ ਦਵਾਵਾਂ ਲੱਕ ਦੇ ਲੈਵਲ ਵਿੱਚ ਰੱਖੋ। ਗਲੀਚੇ ਕੱਢ ਦਿਓ। ਡਿੱਗਣ ਦਾ ਖਤਰਾ ਹੋਣ ਕਾਰਨ ਆਪਣੀ ਰਸੋਈ, ਬਾਥਰੂਮ ਜਾਂ ਸਾਹਮਣੇ ਦੇ ਦਰਵਾਜ਼ੇ ਵੱਲੋਂ ਸਾਰੇ ਛੋਟੇ ਗਲੀਚੇ ਕੱਢ ਦਿਓ। ਮੁੜ ਪਹਿਲੀ ਵਾਰ ਘਰ ਜਾਣ ਲਈ ਜਦੋਂ ਤੁਸੀਂ ਇੱਕ ਵਾਕਰ ਦੀ ਵਰਤੋਂ ਕਰੋਗੇ, ਆਪਣੇ ਪ੍ਰਵੇਸ਼ ਦੁਆਰ, ਰਸਤੇ ਅਤੇ ਹਾਲਵੇ ਨੂੰ ਸਾਫ਼ ਅਤੇ ਬੇਕਾਇਦਗੀ ਵੱਲੋਂ ਖੁੱਲ੍ਹਾ ਰੱਖਣਾ ਯਕੀਨੀ ਬਣਾਓ। ਕਿਸੇ ਵੀ ਢਿੱਲੀ ਬਿਜਲੀ ਤਾਰ ਨੂੰ ਚੰਗੀ ਤਰ੍ਹਾਂ ਹਟਾ ਦਿਓ ਜੇਕਰ ਤੁਸੀਂ ਉਹਨਾਂ ਉੱਤੇ ਠੋਕਰ ਨਹੀਂ ਲਗਾ ਲੈਣ। ਨਾਈਟ ਲਾਈਟ। ਜੇਕਰ ਤੁਸੀਂ ਰਾਤ ਨੂੰ ਬਾਥਰੂਮ ਜਾਣ ਲਈ ਉੱਠੇ ਤਾਂ ਆਪਣੇ ਡਿੱਗਣ ਦਾ ਖਤਰਾ ਘੱਟ ਕਰਨ ਲਈ ਨਾਈਟ ਲਾਈਟ ਸਥਾਪਿਤ ਕਰਨਾ ਲਾਭਦਾਇਕ ਹੈ। ਪੌੜੀ ਦੀ ਰੇਲਿੰਗ। ਤੁਹਾਡੀ ਪੌੜੀਆਂ ਦੇ ਕੰਢੇ ਰੇਲਿੰਗ ਜ਼ਰੂਰੀ ਹੈ ਅਤੇ ਇਹ ਯਕੀਨੀ ਬਣਾਓ ਕਿ ਉਹ ਸੁਰੱਖਿਅਤ ਹੋਣ, ਜਿਵੇਂ ਕਿ ਤੁਸੀਂ ਛੁੱਟੀ ਦੇ ਬਾਅਦ ਪੌੜੀਆਂ ਵੱਲੋਂ ਚੱਲਣ ਲਈ ਉਹਨਾਂ ਦੀ ਵਰਤੋਂ ਕਰਨਗੇ। ਖਾਣਾ। ਜੇਕਰ ਤੁਸੀਂ ਇਕੱਲੇ ਰਹਿੰਦੇ ਹਨ, ਆਪਣੀ ਸਰਜਰੀ ਤੋਂ ਪਹਿਲਾਂ ਹੀ ਕਰਿਆਨੇ ਦਾ ਸਮਾਨ ਲਿਆ ਕੇ ਰੱਖਣਾ ਅਤੇ ਕੁਝ ਸਮਾਂ ਅੱਗੇ ਖਾਣਾ ਤਿਆਰ ਕਰ ਲੈਣਾ ਇੱਕ ਵਧੀਆ ਵਿਚਾਰ ਹੈ। ਜਮਾਊ ਖਾਣਾ ਵੀ ਸਹਾਇਕ ਹੁੰਦਾ ਹੈ, ਜਿਵੇਂ ਕਿ ਖਾਣਾ ਪਕਾਉਣ ਲਈ ਬਹੁਤ ਸਮਾਂ ਖਰਚ ਕਰਨ ਦੀ ਜ਼ਰੂਰਤ ਨਹੀਂ ਹੈ। ਕੁਝ ਵਾਧੂ ਸਹਾਇਤਾ ਲਈ ਪਰਿਵਾਰ, ਦੋਸਤਾਂ ਉੱਤੇ ਭਰੋਸਾ ਕਰਨ ਲਈ ਇਹ ਆਦਰਸ਼ ਸਮਾਂ ਹੈ। ਪਿੱਛੇ ਇੱਕ ਨੱਥੀ ਅੱਡੀ ਦੇ ਨਾਲ ਸਹਾਇਕ ਜੁੱਤੇ, ਫਲਿਪ ਫਲੌਪ ਜਾਂ ਸੈਂਡਲ ਦੇ ਬਜਾਏ ਰਨਰ ਦੀ ਬਹੁਤ ਜ਼ਿਆਦਾ ਸਿਫਾਰਿਸ਼ ਕਰਦੇ ਹਨ। ਕੋਈ ਵੀ ਆਰਥੋਟਿਕਸ ਜਾਂ ਪ੍ਰਚਲਿਤ ਸਪਲਿੰਟਸ ਜੋ ਤੁਸੀਂ ਵਰਤਮਾਨ ਵਿੱਚ ਵਰਤੋਂ ਕਰਦੇ ਹੋ। ਜੇਕਰ ਤੁਹਾਡਾ ਵਰਤੋਂ ਕਰਨ ਵਾਲਾ ਕੋਈ ਵੀ ਚਾਲ ਸਹਾਇਕ ਹੈ ਤਾਂ ਉਹਨਾਂ ਨੂੰ ਲਿਆਉਣ ਅਤੇ ਤੁਸੀਂ ਸਾਫ਼ ਤੌਰ ਵੱਲੋਂ ਉਹਨਾਂ ਨੂੰ ਲੇਬਲ ਕਰਨਾ ਯਕੀਨੀ ਬਣਾਓ। ਇੱਕ ਵੱਡਾ ਤੌਲੀਆ ਜੋ ਤੁਹਾਡੀ ਕਸਰਤਾਂ ਵਾਸਤੇ ਇੱਕ ਰੋਲ ਬਣਾਉਣ ਲਈ ਇਸਤੇਮਾਲ ਕੀਤਾ ਜਾਵੇਗਾ। ਆਪਣੀ ਸਰਜਰੀ ਦੇ ਤੁਰੰਤ ਬਾਅਦ ਕੀ ਉਮੀਦ ਕਰਨ ਨੂੰ ਅਗਰਿਮ ਵਿੱਚ ਸਮਝਣ ਨਾਲ ਆਪਣੀ ਚਿੰਤਾਵਾਂ ਵਿੱਚੋਂ ਕੁਝ ਨੂੰ ਘੱਟ ਕਰ ਸਕਦੇ ਹਨ। ਇੱਥੇ ਇੱਕ ਵਿਆਖਿਆ ਹੈ। ਤੁਸੀਂ ਆਪਣੇ ਆਲੇ ਦੁਆਲੇ ਕੀ ਵੇਖੋਗੇ? ਸਭ ਤੋਂ ਜ਼ਿਆਦਾ ਸੰਭਾਵਨਾ ਹੈ ਤੁਹਾਡੇ ਖੂਨ ਨੂੰ ਸਿੱਧੇ ਕੋਈ ਵੀ ਦਵਾਈ ਦੇਣ ਲਈ ਅੰਤਰਨਸੀ ਲਾਈਨ ਇਸਤੇਮਾਲ ਕੀਤੀ ਜਾਵੇਗੀ। ਨੱਕ ਪ੍ਰੌਂਗ ਵੱਲੋਂ ਆਕਸੀਜਨ ਤੁਹਾਡੀ ਸਾਹ ਲੈਣ ਦੀ ਕਿਰਿਆ ਵਿੱਚ ਮਦਦ ਕਰਦੀ ਹੈ। ਕੁਝ ਮਾਮਲੇ 'ਚ ਤੁਹਾਡੇ ਐਨਸਥੀਸੀਆ ਅਤੇ ਸਰਜਰੀ ਦੇ ਕੋਰਸ ਦੇ ਆਧਾਰ ਉੱਤੇ ਇੱਕ ਮਰੀਜ਼ ਕਾਬੂ ਐਨਲਜੈਸਿਕ ਜਾਂ ਪੀਸੀਏ ਪੰਪ ਹੋਵੇਗਾ। ਇਹ ਮਰੀਜ਼ ਰਾਹੀਂ ਪੀੜ ਕਾਬੂ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਜੇਕਰ ਇਹ ਜ਼ਰੂਰੀ ਹੈ ਤਾਂ ਹਸਪਤਾਲ ਦੇ ਕਰਮਚਾਰੀਆਂ ਵੱਲੋਂ ਕਿਵੇਂ ਵਰਤੋਂ ਕਰਨ ਇਹ ਦੱਸਿਆ ਜਾਂਦਾ ਹੈ। ਇੱਥੇ ਸਰਜਰੀ ਦੇ ਬਾਅਦ ਉਮੀਦ ਕਰਨ ਲਈ ਕੁਝ ਹੋਰ ਗੱਲਾਂ ਹਨ। ਸੋਜ। ਪਹਿਲੀ ਗੱਲ ਜੋ ਤੁਸੀਂ ਨੋਟਿਸ ਕਰਨਗੇ ਉਹ ਤੁਹਾਡੇ ਸਰਜਰੀ ਵਾਲੇ ਪੈਰ ਉੱਤੇ ਸੋਜ ਹੋਵੇਗੀ। ਸੋਜ ਸਰਜਰੀ ਦੇ ਬਾਅਦ ਬਹੁਤ ਆਮ ਗੱਲ ਹੈ ਅਤੇ ਸਰਜਰੀ ਦਾ ਹਿੱਸਾ ਮੰਨਿਆ ਜਾਂਦਾ ਹੈ। ਤੁਸੀਂ ਇਹ ਵੀ ਨੋਟਿਸ ਕਰਨਗੇ ਸਰਜਰੀ ਵਾਲਾ ਤੁਹਾਡਾ ਪੈਰ ਸਰਜਰੀ ਤੋਂ ਪਹਿਲਾਂ ਐਂਟੀਸੈਪਟਿਕ ਏਜੰਟ ਲਗਾਉਣ ਕਾਰਨ ਗੁਲਾਬੀ ਨਜ਼ਰ ਆਵੇਗਾ। ਕਬਜ਼। ਸਰਜਰੀ ਦੇ ਦੌਰਾਨ ਤੁਹਾਨੂੰ ਦਿੱਤੀ ਦਵਾਈ ਅਤੇ ਬਾਅਦ ਵਿੱਚ ਦਿੱਤੀ ਦਰਦ ਦੀ ਦਵਾਵਾਂ ਕਾਰਨ ਸਭ ਤੋਂ ਜ਼ਿਆਦਾ ਸੰਭਾਵਨਾ ਕਬਜ਼ ਰਹਿਣ ਦੀ ਹੋਵੇਗੀ। ਬਿਸਤਰੇ ਵੱਲੋਂ ਬਾਹਰ ਨਿਕਲਣਾ, ਘੁੰਮਣਾ ਅਤੇ ਬਹੁਤ ਸਾਰੇ ਤਰਲ ਪਦਾਰਥ ਪੀਣ ਨਾਲ ਇਸ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ ਅਤੇ ਤੁਹਾਡੇ ਪਖਾਨਾ ਨੂੰ ਨਰਮ ਕਰਨ ਵਾਲੇ ਤੱਤ ਪ੍ਰਾਪਤ ਕਰਨਗੇ। ਤੁਹਾਡੇ ਕਬਜ਼ ਦੀ ਡਿਗਰੀ ਉੱਤੇ ਨਰਸ ਵੱਲੋਂ ਨਜ਼ਰ ਰੱਖੀ ਜਾਵੇਗੀ। ਕਸਰਤਾਂ। ਤੁਹਾਡੀ ਰਿਕਵਰੀ ਦੇ ਸਫ਼ਰ ਉੱਤੇ ਰਹਿਬਰੀ ਲਈ ਵੱਖ-ਵੱਖ ਖੇਤਰਾਂ ਦਾ ਸਿਹਤ ਸੇਵਾ ਦਲ ਹੋਵੇਗਾ। ਉਹ ਤੁਹਾਡੇ ਰੋਜ਼ਾਨਾ ਕੰਮਕਾਜ ਦੇ ਦੌਰਾਨ ਜਿਵੇਂ ਬਿਸਤਰੇ ਵੱਲੋਂ ਬਾਹਰ ਜਾਣ, ਘੁੰਮਣ, ਟੱਟੀ ਤੇ ਇਸ਼ਨਾਨ ਲਈ ਸਹੀ ਸਾਵਧਾਨੀਆਂ ਅਤੇ ਹਿਦਾਇਤਾਂ ਦੇਣਗੇ। ਆਰੰਭ ਵਿੱਚ ਤੁਹਾਨੂੰ ਇਹ ਗਤੀਵਿਧੀਆਂ ਪੂਰੀ ਕਰਨ ਲਈ ਆਪਣੀ ਨਰਸ, ਫਿਜ਼ੀਓਥੈਰੇਪਿਸਟ ਜਾਂ ਪੇਸ਼ੇਵਰ ਥੈਰੇਪਿਸਟ ਵੱਲੋਂ ਸਹਾਇਤਾ ਦੀ ਲੋੜ ਹੋਵੇਗੀ। ਵਾਕਰ। ਸਰਜਰੀ ਦੇ ਬਾਅਦ ਦਿਨ ਸ਼ੁਰੂ ਕਰਦੇ ਸਮਾਂ ਤੁਹਾਡੀ ਫਿਜ਼ੀਓਥੈਰੇਪੀ ਟੀਮ ਤੁਹਾਡੀ ਗਤੀਸ਼ੀਲ
ਗਤੀਸ਼ੀਲਤਾ ਦਾ ਅਨੁਮਾਨ ਲਗਾਉਣ ਅਤੇ ਇੱਕ ਪੈਦਲ ਸਹਾਇਕ ਦੀ ਸਿਫਾਰਿਸ਼ ਕਰਨਗੇ। ਉਹ ਤੁਹਾਡੇ ਸੁਰੱਖਿਅਤ ਰੂਪ ਵੱਲੋਂ ਆਪਣੇ ਕਮਰੇ ਵਿੱਚ ਚਾਰੇ ਪਾਸੇ ਪਾਉਣ ਲਈ ਅਤੇ ਬਾਥਰੂਮ ਜਾਣ ਦੀ ਲੋੜ ਸਹਾਇਤਾ ਦੇ ਪੱਧਰ ਨੂੰ ਵੀ ਨਿਰਧਾਰਤ ਕਰਨਗੇ। ਤੁਹਾਨੂੰ ਬਿਸਤਰੇ ਦੇ ਕੋਲ ਇੱਕ ਕੁਰਸੀ ਉੱਤੇ ਬੈਠੇ ਸਮਾਂ ਗੁਜ਼ਾਰਨਾ ਹੋਵੇਗਾ ਅਤੇ ਤੁਹਾਡੇ ਆਪਣੇ ਆਪ ਜਾਂ ਪਰਿਵਾਰ ਦੀ ਸਹਾਇਤਾ ਨਾਲ ਕਰਨ ਵਾਲੀਆਂ ਕਸਰਤਾਂ ਲਈ ਹਿਦਾਇਤਾਂ ਵੀ ਦੇਣਗੇ। ਤੁਹਾਡੀ ਗਤੀਸ਼ੀਲਤਾ ਤੁਹਾਡੇ ਰਹਿਣ ਦੇ ਦੌਰਾਨ ਚਾਲੂ ਹੋਵੇਗੀ ਅਤੇ ਤੁਹਾਡੀ ਛੁੱਟੀ ਜਾਣ ਤੋਂ ਪਹਿਲਾਂ ਪੌੜੀਆਂ ਦੇ ਪ੍ਰਬੰਧਨ ਲਈ ਹਿਦਾਇਤਾਂ ਦਿੱਤੀ ਜਾਣਗੀਆਂ। ਤੁਹਾਡੀ ਪੇਸ਼ੇਵਰ ਥੈਰੇਪਿਸਟ ਟੀਮ ਰੋਜ਼ਾਨਾ ਗਤੀਵਿਧੀਆਂ ਕਰਨ ਵਾਸਤੇ ਸਹਾਇਤਾ ਦੇ ਲਈ ਕਿਸੇ ਵੀ ਹੋਰ ਸਮੱਗਰੀ ਤੇ ਜ਼ਰੂਰੀ ਡਰੈਸਿੰਗ ਏਡਸ ਦੀ ਸਿਫਾਰਿਸ਼ ਕਰਨਗੇ। ਖੂਨ ਜੰਮ ਜਾਣ ਦੇ ਜੋਖਮ ਨੂੰ ਘੱਟ ਕਰਨ ਲਈ ਇਹ ਬਹੁਤ ਜ਼ਿਆਦਾ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਹਰ ਘੰਟੇ ਜਾਗਣ ਦੌਰਾਨ ਇਹ 3 ਸਰਕੂਲੇਸ਼ਨ ਕਸਰਤਾਂ 10 ਤੋਂ 20 ਵਾਰ ਜ਼ਰੂਰ ਕੀਤੀ ਜਾਵੇ। ਪੈਰ ਅਤੇ ਗਿੱਟਾ ਪੰਪ। ਆਪਣੇ ਪੈਰ ਦੀ ਉਂਗਲੀਆਂ ਅਤੇ ਗਿੱਟਾ ਉੱਪਰ ਆਪਣੇ ਵੱਲ ਕਰੋ, ਤਦ ਇੱਕ ਨਿਰਬਾਧ ਰਫ਼ਤਾਰ ਵਿੱਚ ਆਪਣੇ ਤੋਂ ਦੂਰ ਕਰੋ। ਸਿਰਫ ਆਪਣਾ ਗਿੱਟਾ ਚਲਾਓ, ਚੂਲੇ ਅਤੇ ਗੋਡਿਆਂ ਨੂੰ ਸ਼ਾਂਤ ਰੱਖੋ। ਸਟੈਟਿਕ ਕੁਆਡਰੀਸੈਪਸ। ਆਪਣੀ ਸਿੱਧੀਆਂ ਲੱਤਾਂ ਨਾਲ ਆਪਣੇ ਪੱਟ ਦੇ ਉੱਤੇ ਦੀਆਂ ਮਾਂਸਪੇਸ਼ੀਆਂ ਨੂੰ ਮਜ਼ਬੂਤ ਕਰਕੇ ਬਿਸਤਰੇ ਵਿੱਚ ਹੇਠਾਂ ਆਪਣੇ ਗੋਡਿਆਂ ਦੇ ਪਿੱਛੇ ਦਬਾਓ। 10 ਸੈਕਿੰਡ ਲਈ ਰੁਕੋ, ਫਿਰ ਆਰਾਮ ਕਰੋ। ਸਟੈਟਿਕ ਗਲੂਟਸ। ਆਪਣੀ ਲੱਤ ਸਿੱਧੇ ਰੱਖਦੇ ਹੋਏ ਆਪਣੇ ਚਿੱਤੜ ਇੱਕ ਦੂਜੇ ਨਾਲ ਘੁੱਟ ਦਿਓ। 10 ਸੈਕਿੰਡ ਲਈ ਕੱਸ ਕੇ ਫੜੋ, ਫਿਰ ਆਰਾਮ ਕਰੋ। ਤੁਹਾਨੂੰ ਕਿਸੇ ਵੀ ਜਿਗਰ ਦੀ ਜਟਿਲਤਾਵਾਂ ਦੇ ਜੋਖਮ ਨੂੰ ਘੱਟ ਕਰਨ ਲਈ ਡੂੰਘਾ ਸਾਹ ਆਪਣੀ ਨੱਕ ਵੱਲੋਂ ਅੰਦਰ ਲੈਣ ਅਤੇ ਆਪਣੇ ਮੂੰਹ ਵੱਲੋਂ ਬਾਹਰ ਕੱਢਣ ਵਾਲੀ ਕਸਰਤ ਕਰਨ ਦੀ ਲੋੜ ਹੋਵੇਗੀ ਅਤੇ ਆਪਣੇ ਮੂੰਹ ਵੱਲੋਂ ਬਾਹਰ ਕੱਢਣ ਵਾਲੀ ਕਸਰਤ ਕਰਨ ਦੀ ਲੋੜ ਹੋਵੇਗੀ। ਜਾਗਣ ਦੌਰਾਨ ਹਰ ਘੰਟੇ ਇੱਕ ਵਾਰ ਤੁਹਾਨੂੰ 4 ਡੂੰਘੇ ਸਾਹ ਲੈਣ ਅਤੇ ਫਿਰ ਇੱਕ ਖੰਘ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਨਾਲ ਪੂਰਕ ਆਕਸੀਜਨ ਦੀ ਲੋੜ ਖਤਮ ਕਰਨ ਵਿੱਚ ਵੀ ਮਦਦ ਮਿਲੇਗੀ। ਜੇਕਰ ਪਿੰਜਨੀ ਦੀ ਜ਼ਿਆਦਾ ਪੀੜ ਹੋਵੇ, ਨਰਸ ਨੂੰ ਤਤਕਾਲ ਜਾਣਕਾਰੀ ਦਿਓ। ਜ਼ਿਆਦਾ ਪੀੜ ਨਾਲ ਆਮ ਵੱਲੋਂ ਜ਼ਿਆਦਾ ਸੋਜ, ਲਾਲ, ਗਰਮ ਅਤੇ ਟਟੋਲਣ ਵਿੱਚ ਨਾਜ਼ੁਕ ਮਹਿਸੂਸ ਹੋਣਾ ਖੂਨ ਜੰਮ ਜਾਣ ਦਾ ਸੰਕੇਤ ਹੋ ਸਕਦਾ ਹੈ। ਸਰਜਰੀ ਦੇ ਬਾਅਦ ਤੁਸੀਂ ਤਿੱਖੀ ਪੀੜ ਸੇਵਾ ਦਲ ਐਕਿਊਟ ਪੇਨ ਸਰਵਿਸ ਟੀਮ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਇਸ ਟੀਮ ਵਿੱਚ ਐਨਸਥੀਸੀਓਲੋਜਿਸਟ ਅਤੇ ਨਰਸਾਂ ਸ਼ਾਮਿਲ ਹਨ। ਤਿੱਖੀ ਪੀੜ ਸੇਵਾ ਦਲ ਤੁਹਾਡੇ ਸਰਜਨ, ਨਰਸਾਂ ਅਤੇ ਤੁਹਾਡੀ ਪੀੜ ਦਾ ਪ੍ਰਬੰਧਨ ਕਰਨ ਲਈ ਫਿਜ਼ੀਓਥੈਰੇਪਿਸਟ ਤੁਹਾਡੇ ਨਾਲ ਕੰਮ ਕਰਨਗੇ। ਤਿੱਖੀ ਪੀੜ ਸੇਵਾ ਦਲ ਦੇ ਮੈਂਬਰ ਗੌਣ ਪ੍ਰਭਾਵ ਦਾ ਪ੍ਰਬੰਧਨ ਕਰਨ, ਤੁਹਾਡਾ ਅਨੁਮਾਨ ਲਗਾਉਣ ਅਤੇ ਤੁਹਾਡੀ ਪੀੜ ਕਾਬੂ ਕਰਨ ਨੂੰ ਯਕੀਨੀ ਬਣਾਉਣ ਲਈ ਨੇਮੀ ਤੌਰ ਵੱਲੋਂ ਵਿਜ਼ਿਟ ਕਰਨਗੇ ਅਤੇ ਇਹ ਕਿ ਤੁਸੀਂ ਪੀੜ ਕਾਬੂ ਦੇ ਆਪਣੇ ਪੱਧਰ ਵੱਲੋਂ ਸੰਤੁਸ਼ਟ ਹੋ। ਇਸ ਅਨੁਮਾਨ ਲਗਾਉਣ ਦੇ ਭਾਗ ਦੇ 0 ਤੋਂ 10 ਦੇ ਪੈਮਾਨੇ ਉੱਤੇ ਤੁਹਾਡੀ ਪੀੜ ਦੀ ਡੂੰਘਾਈ ਦੀ ਦਰ ਜਾਂ ਉਪਾਅ ਕਰਨ ਲਈ ਪੁੱਛ ਵੀ ਸ਼ਾਮਿਲ ਹੈ। 0 ਦੱਸਦੀ ਹੈ ਕਿ ਤੁਹਾਨੂੰ ਕੋਈ ਪੀੜ ਨਹੀਂ ਹੈ। 10 ਸਭ ਤੋਂ ਭੈੜੀ ਪੀੜ ਹੈ ਜੋ ਤੁਸੀਂ ਮਹਿਸੂਸ ਕੀਤੀ ਹੈ। 0 ਕੋਈ ਪੀੜ ਨਹੀਂ। 5 ਹਲਕੀ ਪੀੜ। 10 ਸਭ ਤੋਂ ਭੈੜੀ ਪੀੜ। ਤੁਹਾਨੂੰ ਆਪਣੀ ਪੀੜ ਕਿਵੇਂ ਮਹਿਸੂਸ ਹੁੰਦੀ ਹੈ ਇਹ ਦੱਸਣ ਲਈ ਵੀ ਕਿਹਾ ਜਾਵੇਗਾ। ਉਦਾਹਰਣ ਲਈ ਤੁਹਾਡੀ ਪੀੜ ਦੁੱਖ, ਤਿੱਖੀ ਧੜਕਵਾਂ ਵਗੈਰਾ ਹੈ। ਇਹ ਅਨੁਮਾਨ ਟੂਲ ਤਿੱਖੀ ਪੀੜ ਸਰਵਿਸ ਟੀਮ ਅਤੇ ਤੁਹਾਡੇ ਡਾਕਟਰਾਂ ਅਤੇ ਨਰਸਾਂ ਨੂੰ ਬਿਹਤਰ ਸਮਝਣ ਵਿੱਚ ਮਦਦ ਕਰਦਾ ਹੈ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ, ਤਾਂ ਕਿ ਉਹ ਤੁਹਾਡੀ ਪੀੜ ਦਾ ਪ੍ਰਬੰਧਨ ਕਰਨ ਲਈ ਇੱਕ ਯੋਜਨਾ ਤਿਆਰ ਕਰ ਸਕਣ। ਇਹ ਧਿਆਨ ਦੇਣਾ ਜ਼ਰੂਰੀ ਹੈ ਕਿ ਹਰ ਕੋਈ ਵੱਖ ਪੀੜ ਮਹਿਸੂਸ ਕਰਦਾ ਹੈ, ਭਾਵੇਂ ਇਸ ਤੋਂ ਪਹਿਲਾਂ ਵੀ ਤੁਹਾਡੀ ਸਰਜਰੀ ਕੀਤੀ ਗਈ ਹੋਵੇ। ਇਸ ਵਾਰ ਤੁਸੀਂ ਆਪਣੀ ਪੀੜ ਨੂੰ ਵੱਖ ਮਹਿਸੂਸ ਕਰ ਸਕਦੇ ਹੋ। ਕਿਵੇਂ ਅਤੇ ਕਿਉਂ ਅਸੀਂ ਪੀੜ ਮਹਿਸੂਸ ਕਰਦੇ ਹਾਂ? ਜਦੋਂ ਜ਼ਖਮੀ ਹੋਣ, ਸਾਡਾ ਸਰੀਰ ਇਨਫਲੇਮੇਟਰੀ ਰਸਾਇਣ ਦਾ ਉਤਪਾਦਨ ਕਰਦਾ ਹੈ ਅਤੇ ਸਾਡੇ ਦਿਮਾਗ ਲਈ ਸਾਡੇ ਰੀੜ੍ਹ ਦੀ ਹੱਡੀ ਦੇ ਜ਼ਖਮੀ ਥਾਂ ਵੱਲੋਂ ਸੰਕੇਤ ਭੇਜਿਆ ਜਾਂਦਾ ਹੈ। ਸੰਕੇਤ ਸਾਡੇ ਦਿਮਾਗ ਵਿੱਚ ਪੁੱਜਦਾ ਹੈ ਅਤੇ ਪੀੜ ਦੇ ਬਾਰੇ ਵਿੱਚ ਪਤਾ ਲੱਗ ਜਾਂਦਾ ਹੈ ਅਤੇ ਇਹ ਸਾਨੂੰ ਮਹਿਸੂਸ ਹੁੰਦਾ ਹੈ। ਕੁਦਰਤੀ ਤੌਰ ਤੇ ਸਾਡਾ ਸਰੀਰ ਪੀੜ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ, ਲੇਕਿਨ ਇਹ ਹਮੇਸ਼ਾ ਸਮਰਥ ਨਹੀਂ ਹੈ। ਪੀੜ ਨੂੰ ਕਾਬੂ ਕਰਨ ਵਿੱਚ ਪੀੜ ਮਾਰ ਦਵਾਵਾਂ ਮਦਦ ਕਰਦੀ ਹੈ। ਹਸਪਤਾਲ ਵਿੱਚ ਤੁਸੀਂ ਆਪਣੀ ਪੀੜ ਨੂੰ ਕਾਬੂ ਕਰਨ ਲਈ ਵੱਖ-ਵੱਖ ਪ੍ਰਕਾਰ ਦੀ ਦਵਾਈਆਂ ਲੈਂਦੇ ਹੋ। ਇਹ ਇੱਕ ਮਲਟੀ ਮਾਡਲ ਐਨਲਜੀਸੀਆ ਜਾਂ ਪੀੜ ਪ੍ਰਬੰਧਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸ ਦ੍ਰਿਸ਼ਟੀਕੋਣ ਦਾ ਉਦੇਸ਼ ਚੋਟ ਦੀ ਥਾਂ ਵੱਲੋਂ ਦਿਮਾਗ ਨੂੰ ਪੀੜ ਦੇ ਰਸਤੇ ਵਿੱਚ ਵੱਖ ਲੈਵਲ ਤੇ ਪੀੜ ਉੱਤੇ ਹਮਲਾ ਕਰਨਾ ਹੈ। ਤੁਹਾਨੂੰ ਟਿਲੇਨੋਲ, ਐਂਟੀ ਇਨਫਲੇਮੇਟਰੀ ਓਪੀਓਇਡਸ ਵਰਗੀ ਦਵਾਵਾਂ ਮਿਲ ਸਕਦੀ ਹੈ, ਜੋ ਮੋਰਫਿਨ ਵਰਗੀ ਮਜ਼ਬੂਤ ਪੀੜ ਦੀ ਦਵਾ ਹੈ, ਜੋ ਤੁਹਾਡੀ ਪੀੜ ਦਾ ਪ੍ਰਬੰਧਨ ਕਰਨ ਲਈ ਪੈਰੀਫੇਰਲ ਨਰਵ ਨੂੰ ਬਲੌਕ ਕਰਦੀ ਹੈ।
ਤੁਹਾਡੀ ਨਰਸ ਇੱਕ ਸੂਚੀ ਦੇ ਆਧਾਰ ਉੱਤੇ ਤੁਹਾਡੇ ਲਈ ਲੰਮੇ ਸਮਾਂ ਤੱਕ ਅਸਰ ਕਰਨ ਵਾਲੀ ਪੀੜ ਦੀ ਦਵਾਈ ਦੇਣਗੀਆਂ ਅਤੇ ਜਦੋਂ ਪੀੜ ਸਭ ਤੋਂ ਭੈੜੀ ਹੋਵੇ ਤਾਂ ਤੁਸੀਂ ਵੀ ਦਵਾਈ ਮੰਗ ਸਕਦੇ ਹੋ। ਛੇਤੀ ਕੰਮ ਕਰਨ ਵਾਲੀ ਪੀੜ ਦੀ ਦਵਾਈ ਨੂੰ ਕੰਮ ਸ਼ੁਰੂ ਕਰਨ ਲਈ ਲਗਭਗ 30 ਮਿੰਟ ਲੱਗਦੇ ਹਨ। ਪੌੜੀਆਂ ਚੜ੍ਹਨਾ, ਕਸਰਤ ਜਾਂ ਚੱਲਣਾ ਜ਼ਿਆਦਾ ਪੀੜ ਦਾ ਸਬਬ ਹੋ ਸਕਦਾ ਹੈ। ਅਸੀਂ ਤੁਹਾਨੂੰ ਇਹ ਕੰਮ ਕਰਨ ਤੋਂ ਪਹਿਲਾਂ ਛੇਤੀ ਕੰਮ ਕਰਨ ਵਾਲੀ ਪੀੜ ਦੀ ਦਵਾਈ ਬਾਰੇ ਪੁੱਛਣ ਦੀ ਸਲਾਹ ਦਿੰਦੇ ਹਨ। ਪੀੜ ਦੀ ਦਵਾਈ ਦਾ ਕਦੇ-ਕਦੇ ਗੌਣ ਪ੍ਰਭਾਵ ਵੀ ਹੋ ਸਕਦਾ ਹੈ। ਸਭ ਤੋਂ ਆਮ ਗੌਣ ਪ੍ਰਭਾਵ ਮਤਲੀ, ਉਲਟੀ, ਚੱਕਰ ਆਣਾ, ਕਬਜ਼, ਖੁਰਕ ਅਤੇ ਬਹੁਤ ਜ਼ਿਆਦਾ ਖੁਮਾਰੀ ਸ਼ਾਮਿਲ ਹਨ ਜੋ ਆਮ ਤੌਰ ਉੱਤੇ ਦਵਾਈ ਲੈਣ ਦੇ ਬਾਅਦ ਹੁੰਦੀ ਹੈ। ਇਹਨਾਂ ਗੌਣ ਪ੍ਰਭਾਵਾਂ ਵਿੱਚੋਂ ਜ਼ਿਆਦਾਤਰ ਦੀ ਥੈਰੇਪੀ ਕੀਤੀ ਜਾ ਸਕਦੀ ਹੈ, ਇਸ ਲਈ ਉਹਨਾਂ ਦੇ ਬਾਰੇ ਵਿੱਚ ਆਪਣੀ ਨਰਸ ਨੂੰ ਦੱਸਣਾ ਜ਼ਰੂਰੀ ਹੈ। ਜੇਕਰ ਤੁਹਾਡੀ ਪੀੜ ਦੀਆਂ ਦਵਾਵਾਂ ਪੀੜ ਨੂੰ ਕਾਬੂ ਨਹੀਂ ਕਰਦੀਆਂ ਤਾਂ ਆਪਣੀ ਨਰਸ ਨੂੰ ਇਹ ਦੱਸਣਾ ਵੀ ਜ਼ਰੂਰੀ ਹੈ। ਇੱਕ ਪੈਰੀਫੇਰਲ ਨਰਵ ਬਲਾਕ ਤੁਹਾਡੀ ਸਰਜਰੀ ਤੋਂ ਪਹਿਲਾਂ ਜਾਂ ਰਿਕਵਰੀ ਰੂਮ ਵਿੱਚ ਥੋੜੀ ਦੇਰ ਬਾਅਦ ਤੁਹਾਡੇ ਐਨਸਥੀਸੀਓਲੋਜਿਸਟ ਵੱਲੋਂ ਤੁਹਾਨੂੰ ਦਿੱਤਾ ਜਾ ਸਕਦਾ ਹੈ। ਪੈਰੀਫੇਰਲ ਨਰਵ ਬਲਾਕ ਇੱਕ ਵਿਧੀ ਹੈ ਜਿੱਥੇ ਐਨਸਥੀਸੀਓਲੋਜਿਸਟ ਪੱਟ ਦੇ ਉੱਪਰੀ ਹਿੱਸੇ ਵਿੱਚ ਚਾਰੇ ਪਾਸੇ ਧਿਆਨ ਨਾਲ 24 ਨਸਾਂ ਤੇ ਇੰਜੈਕਸ਼ਨ ਰਾਹੀਂ ਫ੍ਰੀਜ਼ ਦਵਾਈ ਪਾ ਦਿੰਦਾ ਹੈ ਜੋ ਕੁਝ ਦੇਰ ਲਈ ਤੁਹਾਨੂੰ ਅਹਿਸਾਸ ਕਰਨ ਜਾਂ ਅੰਗ ਚਲਾਉਣ ਵੱਲੋਂ ਰੋਕਦਾ ਹੈ। ਪੈਰੀਫੇਰਲ ਨਰਵ ਬਲਾਕ ਵਰਤੋਂ ਕਰਨ ਦਾ ਉਦੇਸ਼ ਸਰਜਰੀ ਦੇ ਬਾਅਦ ਫੌਰੀ ਪੀੜ ਵੱਲੋਂ ਰਾਹਤ ਅਤੇ ਸਰਜਰੀ ਦੇ ਬਾਅਦ ਲੈਣ ਲਈ ਜ਼ਰੂਰੀ ਪੀੜ ਦਵਾਈ ਦੀ ਮਾਤਰਾ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇੰਜੈਕਸ਼ਨ ਨਾਲ ਦਿੱਤੀ ਫ੍ਰੀਜ਼ ਦਵਾਈ ਦਾ ਅਸਰ 6 ਤੋਂ 24 ਘੰਟੇ ਤੱਕ ਹੋਵੇਗਾ। ਹਾਲਾਂਕਿ ਅਸੀਂ ਅਸਲ ਵਿੱਚ ਨਹੀਂ ਜਾਣਦੇ ਕਿ ਕਦੋਂ ਇਹ ਫਿੱਕੀ ਪੈ ਜਾਵੇਗੀ। ਇਸ ਲਈ ਜੇ ਤੁਸੀਂ ਪੀੜ ਮਹਿਸੂਸ ਕਰੋ ਤਾਂ ਆਪਣੀ ਨਰਸ ਨੂੰ ਦੱਸੋ ਅਤੇ ਆਪਣੀ ਪੀੜ ਨੂੰ ਦੂਰ ਕਰਨ ਵਿੱਚ ਮਦਦ ਕਰਨ ਲਈ ਦਵਾਈ ਦੇਣ ਵਾਸਤੇ ਕਰੋ। ਜੇਕਰ ਇਹ ਦਵਾਈ 24 ਘੰਟੇ ਦੇ ਅੰਦਰ ਖਤਮ ਨਹੀਂ ਹੋਵੇ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਨਰਸ ਨੂੰ ਦੱਸੋ ਤਾਂ ਕਿ ਤਿੱਖੀ ਪੀੜ ਸਰਵਿਸ ਟੀਮ ਅਤੇ ਤੁਹਾਡੇ ਸਰਜਨ ਠੀਕ ਵੱਲੋਂ ਤੁਹਾਡੀ ਹਾਲਤ ਦਾ ਅਨੁਮਾਨ ਕਰ ਲੈਣ। ਪੀੜ ਦੀ ਦਵਾਈ ਲੈਣ ਦੇ ਇਲਾਵਾ ਹੋਰ ਕੋਈ ਚੀਜ਼ਾਂ ਹਨ ਜਿਨ੍ਹਾਂ ਨਾਲ ਤੁਸੀਂ ਆਪਣੀ ਪੀੜ ਦਾ ਪ੍ਰਬੰਧਨ ਕਰਨ ਵਿੱਚ ਆਪਣੀ ਮਦਦ ਕਰ ਸਕਦੇ ਹੋ। ਤੁਸੀਂ ਪੀੜ ਦੀ ਥਾਂ ਤੇ ਤਾਪ ਜਾਂ ਬਰਫ਼ ਲਗਾ ਸਕਦੇ ਹੋ। ਡੂੰਘਾ ਸਾਹ ਲੈਣ ਵਾਲੀ ਕਸਰਤਾਂ, ਆਰਾਮ ਕਰਨ ਦੀਆਂ ਤਕਨੀਕਾਂ ਜਾਂ ਧਿਆਨ ਹਟਾਉਣ ਤਕਨੀਕ ਜਿਵੇਂ ਸੰਗੀਤ ਸੁਣਨ, ਟੀਵੀ ਵੇਖਣ, ਪੜ੍ਹਨ ਦਾ ਕੰਮ ਕਰ ਸਕਦੇ ਹੋ। ਹਸਪਤਾਲ ਵਿੱਚ ਜੇਕਰ ਆਪਣੀ ਪੀੜ ਕਾਬੂ ਕਰਨ ਬਾਰੇ ਤੁਹਾਡਾ ਕੋਈ ਪ੍ਰਸ਼ਨ ਜਾਂ ਚਿੰਤਾ ਹੋਵੇ ਤਾਂ ਆਪਣੇ ਡਾਕਟਰਾਂ, ਨਰਸਾਂ ਅਤੇ ਤਿੱਖੀ ਪੀੜ ਟੀਮ ਨੂੰ ਦੱਸਣ ਲਈ ਸੰਕੋਚ ਨਾ ਕਰੋ। ਅਸੀਂ ਇੱਕ ਦਿਨ 24 ਘੰਟੇ, ਇੱਕ ਹਫ਼ਤੇ ਵਿੱਚ 7 ਦਿਨ ਉਪਲਬਧ ਹਾਂ। ਤੁਹਾਡੀ ਨਰਸ ਤੁਹਾਡੇ ਅਨੁਰੋਧ ਉੱਤੇ ਹਸਪਤਾਲ ਦੀ ਪੇਜਿੰਗ ਸਿਸਟਮ ਵੱਲੋਂ ਸਾਨੂੰ ਫੋਨ ਕਰ ਸਕਦੀ ਹੈ। ਜਦੋਂ ਬੈਠੇ ਜਾਂ ਖੜੇ ਹੋਣ, ਆਪਣੇ ਲੱਕ ਵੱਲੋਂ 90 ਡਿਗਰੀ ਤੋਂ ਜ਼ਿਆਦਾ ਅੱਗੇ ਨਾ ਚੁੱਕੋ। ਸਰਜਰੀ ਵਾਲੀ ਸਾਈਡ ਦਾ ਆਪਣਾ ਗੋਡਾ ਚੂਲੇ ਵੱਲੋਂ ਜ਼ਿਆਦਾ ਉਚਾਈ ਉੱਤੇ ਨਾ ਚੁੱਕੋ। ਗੋਡਿਆਂ ਜਾਂ ਗਿੱਟੇ ਉੱਤੇ ਆਪਣੇ ਪੈਰਾਂ ਨੂੰ ਇਕੱਠੇ ਨਾ ਰੱਖੋ ਜਾਂ ਆਪਣੀ ਲੱਤ ਆਰ-ਪਾਰ ਨਾ ਕਰੋ। ਜਦੋਂ ਬੈਠੇ ਜਾਂ ਖੜੇ ਹੋਣ, ਆਪਣਾ ਲੱਕ ਨਾ ਮੋੜੋ ਜਾਂ ਆਪਣੇ ਚੂਲੇ ਵੱਲੋਂ ਦੁਆਲੇ ਗੇੜਾ ਨਾ ਮਾਰੋ। ਖੜੇ, ਬੈਠ ਜਾਂ ਲੇਟਣ ਦੀ ਹਾਲਤ ਵਿੱਚ ਆਪਣੀ ਲੱਤ ਜਾਂ ਗਿੱਟਾ ਅੰਦਰ ਜਾਂ ਬਾਹਰ ਨਾ ਕਰੋ। ਗੁਸਲਖਾਨੇ ਦੀ ਵਰਤੋਂ ਕਰਦੇ ਸਮਾਂ ਇੱਕ ਕਮੋਡ, ਉੱਚੀ ਟਾਇਲਟ ਸੀਟ ਦੀ ਵਰਤੋਂ ਕਰੋ। ਸੈਕਸ ਦੇ ਬਾਰੇ ਵਿੱਚ ਆਪਣੇ ਚੂਲੇ ਦੇ ਬਾਰੇ ਸਾਵਧਾਨੀਆਂ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਸਰਜਰੀ ਦੇ ਬਾਅਦ ਸੈਕਸ ਸੰਬੰਧ ਵਿੱਚ ਸ਼ਾਮਿਲ ਹੋ ਰਹੇ ਹਨ, ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਸਰਜਰੀ ਕਰਵਾਉਣ ਵਾਲਾ ਵਿਅਕਤੀ ਥੱਲੇ ਹੋਵੇ। ਸਰਜਰੀ ਦੇ ਬਾਅਦ 8 ਤੋਂ 12 ਹਫ਼ਤਿਆਂ ਲਈ ਸਾਵਧਾਨੀਆਂ ਜ਼ਰੂਰੀ ਹੁੰਦੀਆਂ ਹਨ ਅਤੇ ਇੱਕ ਨਤੀਜੇ ਦੇ ਰੂਪ ਵਿੱਚ ਤੁਹਾਡੀ ਰੋਜ਼ਾਨਾ ਗਤੀਵਿਧੀਆਂ ਵਿੱਚੋਂ ਕੁਝ ਇੱਕ ਵੱਖ ਤਰੀਕੇ ਨਾਲ ਬੰਦੋਬਸਤ ਕਰਨ ਦੀ ਲੋੜ ਹੈ। ਸਰਜਰੀ ਦੇ ਬਾਅਦ ਪੇਸ਼ੇਵਰ ਡਾਕਟਰ ਤੁਹਾਨੂੰ ਤੁਹਾਡੀ ਰੋਜ਼ਾਨਾ ਗਤੀਵਿਧੀਆਂ ਦੇ ਪ੍ਰਬੰਧਨ ਲਈ ਨਵੀਂ ਤਕਨੀਕ ਦੱਸਣਗੇ ਅਤੇ ਨਾਲ ਹੀ ਉਚਿਤ ਸਾਵਧਾਨੀ ਬਣਾਏ ਰੱਖਣ ਵਿੱਚ ਮਦਦ ਕਰਨ ਲਈ ਸਮੱਗਰੀ ਦੀ ਸਿਫਾਰਿਸ਼ ਕਰਨਗੇ। ਵਿਆਪਕ ਤੌਰ ਤੇ ਟਾਇਲਟ ਸੀਟ ਜ਼ਿਆਦਾ ਨੀਵੀਂ ਹੁੰਦੀਆਂ ਹਨ ਅਤੇ ਤੁਹਾਨੂੰ ਆਪਣੇ ਗੋਡੇ ਉੱਤੇ ਦਬਾਅ ਪਵੇਗਾ ਜਾਂ ਤੁਹਾਡੇ ਚੂਲੇ ਨੂੰ 90 ਡਿਗਰੀ ਤੋਂ ਜ਼ਿਆਦਾ ਕੋਣ ਉੱਤੇ ਰੱਖੇਗਾ। ਤੁਹਾਨੂੰ ਹੱਥੀ ਨਾਲ ਇੱਕ ਉੱਚੀ ਟਾਇਲਟ ਸੀਟ ਕਿਰਾਏ ਤੇ ਲੈਣ ਦੀ ਲੋੜ ਹੈ ਜਿਹੜੀ ਤੁਹਾਨੂੰ ਟਾਇਲਟ ਵਿੱਚ ਸੁਰੱਖਿਅਤ ਤਬਦੀਲੀ ਕਰਨ ਲਈ ਮਦਦ ਮਿਲੇਗੀ ਅਤੇ ਖੜੇ ਹੋਣ ਦੀ ਜ਼ਰੂਰਤ ਲਈ ਵਾਧੂ ਸਹਾਇਤਾ ਮਿਲ ਜਾਵੇਗੀ। ਜੇਕਰ ਤੁਹਾਡੇ ਕੋਲ ਵਾਕ-ਇਨ ਸ਼ਾਵਰ ਹੈ ਤਾਂ ਉਹ ਆਦਰਸ਼ ਹੈ। ਕਿਰਾਏ ਉੱਤੇ ਇੱਕ ਸ਼ਾਵਰ ਕੁਰਸੀ ਬਿਹਤਰ ਹੋਵੇਗੀ। ਜੇਕਰ ਸ਼ਾਵਰ ਕਰਦੇ ਵੇਲੇ ਤੁਸੀਂ ਬੈਠ ਸਕਦੇ ਹੋ। ਜੇਕਰ ਤੁਹਾਡੇ ਕੋਲ ਇੱਕ ਬਾਥਟਬ ਹੈ ਤਾਂ ਤੁਹਾਨੂੰ ਇੱਕ ਟਬ ਟ੍ਰਾਂਸਫਰ ਬੈਂਚ ਕਿਰਾਏ ਉੱਤੇ ਲੈਣ ਦੀ ਲੋੜ ਹੋਵੇਗੀ ਜੋ ਸਰਜਰੀ ਦੇ ਬਾਅਦ ਸੁਰੱਖਿਅਤ ਹੈ ਅਤੇ ਸਿਫਾਰਿਸ਼ ਵੀ ਕੀਤੀ ਜਾਂਦੀ ਹੈ। ਜੇਕਰ ਅੰਦਰ ਜਾਂਦੇ ਅਤੇ ਬਾਹਰ ਨਿਕਲਦੇ ਵੇਲੇ ਤੁਸੀਂ ਸਾਵਧਾਨੀਆਂ ਨਾਲ ਸਮਝੌਤਾ ਨਾ ਕਰੋ, ਤੁਹਾਡੇ ਘਰ ਜਾਣ ਤੋਂ ਪਹਿਲਾਂ ਪੇਸ਼ੇਵਰ ਡਾਕਟਰ ਹਸਪਤਾਲ ਵਿੱਚ ਤੁਹਾਡੇ ਨਾਲ ਅਭਿਆਸ ਕਰ ਸਕਦਾ ਹੈ।
ਯਕੀਨੀ ਬਣਾਓ ਕਿ ਘਰ ਉੱਤੇ ਤੁਹਾਡੇ ਕੋਲ ਬੈਠਣ ਲਈ ਇੱਕ ਵਧੀਆ ਕੁਰਸੀ ਹੈ ਜੋ ਜ਼ਿਆਦਾ ਨੀਵੀਂ ਨਾ ਹੋਵੇ। ਉਦਾਹਰਣ ਦੇ ਲਈ ਸੋਫੇ ਅਕਸਰ ਬਹੁਤ ਨੀਚੇ ਹੁੰਦੇ ਹਨ। ਉਹ ਸਰਜਰੀ ਦੇ ਮਰੀਜ਼ਾਂ ਨੂੰ 90 ਡਿਗਰੀ ਤੋਂ ਜ਼ਿਆਦਾ ਕੋਣ ਉੱਤੇ ਮੋੜ ਦਿੰਦੇ ਹਨ ਅਤੇ ਬਿਨਾਂ ਸਹਾਇਤਾ ਖੜਾ ਹੋਣ ਲਈ ਇਹ ਔਖਾ ਹੁੰਦਾ ਹੈ। ਹੱਥੀ ਨਾਲ ਡਾਈਨਿੰਗ ਰੂਮ ਦੀ ਕੁਰਸੀ ਜਾਂ ਇੱਕ ਵਿੰਗ ਬੈਕ ਕੁਰਸੀ ਦੋਨਾਂ ਬਹੁਤ ਵਧੀਆ ਪਸੰਦ ਹਨ। ਜੇਕਰ ਲੋੜ ਪਵੇ ਤਾਂ ਮਾੜਾ ਜਿਹਾ ਉੱਚਾ ਕਰਨ ਲਈ ਤੁਸੀਂ ਕੁਰਸੀ ਉੱਤੇ ਇੱਕ ਸਿਰਹਾਣਾ ਜਾਂ ਇੱਕ ਵੈਜ ਸਿਰਹਾਣਾ ਰੱਖ ਸਕਦੇ ਹੋ। ਤੁਹਾਡੇ ਸਰੀਰ ਦੀ ਉਪਰੀ ਡਰੈਸਿੰਗ ਲਗਭਗ ਉਹੀ ਰਹਿੰਦੀ ਹੈ, ਲੇਕਿਨ ਸਾਵਧਾਨੀਆਂ ਦੇ ਕਾਰਨ ਤੁਹਾਡੇ ਹੇਠਲੇ ਸਰੀਰ ਦੀ ਡਰੈਸਿੰਗ ਕਰਨਾ ਇੱਕ ਵੱਡੀ ਚੁਣੌਤੀ ਹੋਵੇਗੀ। ਕਈ ਡਰੈਸਿੰਗ ਸਹਾਇਕ ਮੌਜੂਦ ਹਨ ਜੋ ਸਰਜਰੀ ਦੇ ਬਾਅਦ ਜਿੰਨਾ ਚਾਹੁੰਦੇ ਹੋ ਆਜ਼ਾਦ ਰਹਿਣ ਵਿੱਚ ਮਦਦ ਕਰ ਸਕਦੇ ਹਨ। ਇੱਕ ਰੀਚਰ ਦੀ ਮਦਦ ਨਾਲ ਤੁਸੀਂ ਆਪਣੀ ਪੈਂਟ ਅਤੇ ਅੰਡਰਵੀਅਰ ਪਾ ਸਕਦੇ ਹੋ ਅਤੇ ਇੱਕ ਲੰਬੇ ਹੈਂਡਲ ਵਾਲੇ ਸ਼ੂ ਹੋਣ ਨਾਲ ਆਪਣੇ ਜੁੱਤੇ ਪਾਉਣ ਵਿੱਚ ਮਦਦ ਮਿਲੇਗੀ। ਇੱਕ ਜੁਰਾਬ ਸਹਾਇਕ ਵੀ ਆਪਣੇ ਮੋਜੇ ਉੱਤੇ ਲਗਾਉਣ ਲਈ ਲਾਭਦਾਇਕ ਹੈ। ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਕਿਰਾਏ ਜਾਂ ਖਰੀਦ ਕਰਕੇ ਸਰਜਰੀ ਤੋਂ ਪਹਿਲਾਂ ਇਹ ਸਾਰੀਆਂ ਸਾਮੱਗਰੀਆਂ ਤਿਆਰ ਰੱਖਣ। ਸ਼ੂ ਹਾਰਨ ਅਤੇ ਰੀਚਰ ਵਰਗੇ ਕੁਝ ਡਰੈਸਿੰਗ ਸਹਾਇਕ ਕਿਸੇ ਡਾਲਰ ਸਟੋਰ ਉੱਤੇ ਵੀ ਮਿਲ ਸਕਦੇ ਹੈ। ਜਦੋਂ ਤੁਸੀਂ ਹਸਪਤਾਲ ਛੱਡਣ ਲਈ ਤਿਆਰ ਹੋ, ਤੁਹਾਨੂੰ ਆਪਣੀ ਕਾਰ ਵਿੱਚ ਘਰ ਜਾਣਾ ਹੋਵੇਗਾ। ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਸਾਹਮਣੇ ਪੈਂਦੀ ਸੀਟ ਵਿੱਚ ਹੋ ਅਤੇ ਪੈਰ ਰੱਖਣ ਲਈ ਜ਼ਿਆਦਾ ਥਾਂ ਵਾਸਤੇ ਸੀਟ ਪਿੱਛੇ ਕਰ ਲੈਣ। ਅੰਦਰ ਅਤੇ ਬਾਹਰ ਸਲਾਈਡ ਕਰਨ ਵਿੱਚ ਮਦਦ ਲਈ ਤੁਸੀਂ ਸੀਟ ਉੱਤੇ ਇੱਕ ਪਲਾਸਟਿਕ ਦੀ ਥੈਲੀ ਰੱਖ ਸਕਦੇ ਹੋ। ਪੇਸ਼ੇਵਰ ਡਾਕਟਰ ਛੁੱਟੀ ਤੋਂ ਪਹਿਲਾਂ ਤੁਹਾਡੇ ਨਾਲ ਇਹ ਸਮੀਖਿਆ ਕਰਨਗੇ ਅਤੇ ਜੇਕਰ ਜ਼ਰੂਰੀ ਹੋਵੇ ਤਾਂ ਤੁਹਾਡੀ ਸਹਾਇਤਾ ਕਰ ਸਕਦੇ ਹਨ। ਚੂਲੇ ਅਤੇ ਗੋਡੇ ਦੀ ਸਰਜਰੀ ਵਾਲੇ ਮਰੀਜ਼ਾਂ ਨੂੰ 2 ਜਾਂ 3 ਦਿਨ ਲਈ ਹਸਪਤਾਲ ਵਿੱਚ ਰਹਿਣ ਦੀ ਲੋੜ ਹੁੰਦੀ ਹੈ, ਲੇਕਿਨ ਹਰ ਵਿਅਕਤੀ ਵੱਖ ਹੈ ਅਤੇ ਛੁੱਟੀ ਦੀ ਮਿਤੀ ਵੱਖ ਹੋ ਸਕਦੀ ਹੈ। ਇਹ ਝਲਕ ਮਿਲਦੀ ਹੈ ਹਰ ਇੱਕ ਵਿਅਕਤੀ ਦੀ ਕਾਰਗੁਜ਼ਾਰੀ ਕਿਵੇਂ ਹੈ। ਕਿਰਪਾ ਕਰਕੇ ਦੂਜੇ ਦਿਨ ਤੋਂ ਛੁੱਟੀ ਲਈ ਯੋਜਨਾ ਬਣਾਓ। ਹਸਪਤਾਲ ਵਿੱਚ ਛੁੱਟੀ ਹੋਣ ਦੇ ਅੱਗੋਂ ਨੋਟਿਸ ਦੀ ਉਮੀਦ ਨਾ ਕਰੋ। ਮਨ ਵਿੱਚ ਰੱਖੋ ਕਿ ਤੁਹਾਨੂੰ ਆਪਣੀ ਸਰਜਰੀ ਦੇ ਬਾਅਦ ਦੂਜੇ ਜਾਂ ਤੀਸਰੇ ਦਿਨ ਛੁੱਟੀ ਹੋਣ ਦੀ ਸਮਰੱਥਾ ਹੈ। ਤੁਸੀਂ ਅਤੇ ਤੁਹਾਡੇ ਪਰਿਵਾਰ ਵੱਲੋਂ ਆਪਣੀ ਸੰਭਾਵਿਤ ਛੁੱਟੀ ਦੀ ਉਮੀਦ ਵਿੱਚ ਘਰ ਲਈ ਟਰਾਂਸਪੋਰਟ ਅਤੇ ਸਰਜਰੀ ਦੇ ਬਾਅਦ ਦੂਜੇ ਦਿਨ ਲਈ ਜ਼ਰੂਰੀ ਮਾਹੌਲ ਸੰਸ਼ੋਧਨ ਤਿਆਰ ਹੋਣਾ ਚਾਹੀਦਾ ਹੈ। ਤੁਹਾਡੇ ਘਰ ਵਿੱਚ ਕੋਈ ਵੀ ਕਿਰਾਏ ਉੱਤੇ ਸਮੱਗਰੀ ਤਿਆਰ ਰੱਖੋ। ਤੁਹਾਨੂੰ ਸਵੇਰੇ ਜਲਦੀ ਜਾਂ ਦੇਰ ਦੁਪਹਿਰ ਵਿੱਚ ਛੁੱਟੀ ਦਿੱਤੀ ਜਾ ਸਕਦੀ ਹੈ, ਜੋ ਤੁਹਾਡੇ ਹਸਪਤਾਲ ਵਿੱਚ ਰਹਿਣ ਦੇ ਦੌਰਾਨ ਨਿਰਧਾਰਿਤ ਕੀਤਾ ਜਾਵੇਗਾ। ਤੁਹਾਡੀ ਕੋਈ ਤਿਆਰੀ ਨਹੀਂ ਹੈ, ਇਸ ਕਾਰਨ ਹਸਪਤਾਲ ਵੱਲੋਂ ਤੁਹਾਡੀ ਛੁੱਟੀ ਵਿੱਚ ਦੇਰੀ ਨਹੀਂ ਹੋਵੇਗੀ। ਇਸ ਕਰਕੇ ਜਟਿਲਤਾਵਾਂ ਵੱਲੋਂ ਬਚਾਵ ਲਈ ਕਿਰਪਾ ਕਰਕੇ ਯਕੀਨੀ ਬਣਾਓ। ਜੇਕਰ ਦਾਖਲ ਕਰਨ ਤੋਂ ਪਹਿਲਾਂ ਹੀ ਛੁੱਟੀ ਦੀ ਤਿਆਰੀ ਪੂਰੀ ਹੋਵੇ, ਕਿਰਪਾ ਧਿਆਨ ਦਿਓ ਕਿ ਉੱਥੇ ਵਿਕਲਪਿਕ ਸਰਜਰੀ ਦੇ ਬਾਅਦ ਪੁਨਰਵਾਸ ਲਈ ਹਸਪਤਾਲ ਵਿੱਚ ਰਹਿਣ ਦਾ ਕੋਈ ਵਿਕਲਪ ਨਹੀਂ ਹੈ ਤਾਂ ਤੁਹਾਡੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ। ਜੇਕਰ ਆਪਣੀ ਛੁੱਟੀ ਦੀ ਯੋਜਨਾ ਸੰਬੰਧਤ ਕੋਈ ਪ੍ਰਸ਼ਨ ਜਾਂ ਚਿੰਤਾਵਾਂ ਹੈ ਜਾਂ ਤੁਸੀਂ ਇਕੱਲੇ ਰਹਿੰਦੇ ਹੋ ਅਤੇ ਤੁਸੀਂ ਸਰਜਰੀ ਦੇ ਬਾਅਦ ਤੰਦਰੁਸਤ ਹੋਣ ਲਈ ਰਹਿਣ ਯੋਗੇ ਰਾਹਤ ਅਤੇ ਹੋਰ ਥਾਂ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਆਪਣੀ ਸਰਜਰੀ ਕਰਨ ਤੋਂ ਪਹਿਲਾਂ ਸਹਾਇਤਾ ਲਈ ਤੁਹਾਡਾ ਡਿਸਚਾਰਜ ਕੋਆਰਡੀਨੇਟਰ ਨਾਲ ਸੰਪਰਕ ਜ਼ਰੂਰੀ ਹੈ। ਜੇਕਰ ਤੁਹਾਡੇ ਪਰਿਵਾਰ ਜਾਂ ਅੱਗੇ ਅਤੇ ਪਿੱਛੇ ਆਪਣੇ ਪੁਨਰਵਾਸ ਜਾਂ ਫਾਲੋ ਅਪ ਮੁਲਾਕਾਤ ਦੇ ਪ੍ਰਬੰਧ ਲਈ ਟਰਾਂਸਪੋਰਟ ਦੇ ਨਾਲ ਸਹਾਇਤਾ ਉਪਲਬਧ ਨਹੀਂ ਹੈ ਤਾਂ ਪੀਲ ਪ੍ਰਦੇਸ਼ ਵੱਲੋਂ ਚੱਲ ਰਹੀ ਟਰਾਂਸ ਹੈਲਪ ਰਾਹੀਂ ਆਸਾਨ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਇੱਕ ਆਨਲਾਈਨ ਅਰਜ਼ੀ ਅਤੇ ਜ਼ਿਆਦਾ ਜਾਣਕਾਰੀ www.peelregion.ca/transhelp ਵਿੱਚ ਵੇਖੀ ਜਾ ਸਕਦੀ ਹੈ ਜਾਂ 9057911015 ਉੱਤੇ ਟੈਲੀਫੋਨ ਨਾਲ ਉਹਨਾਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦੀ ਸੇਵਾਵਾਂ ਲੈਣ ਲਈ 5 ਤੋਂ 10 ਕਾਰੋਬਾਰੀ ਦਿਨਾਂ ਦਾ ਅਗਰਿਮ ਨੋਟਿਸ ਜ਼ਰੂਰੀ ਹੈ। ਇਸ ਲਈ ਇਹ ਵਿਵਸਥਾ ਅਗਰਿਮ ਵਿੱਚ ਕਰਨਾ ਜ਼ਰੂਰੀ ਹੈ। ਪੀਲ ਪ੍ਰਦੇਸ਼ ਦੇ ਬ੍ਰੌਮਟਨ, ਕੈਲਡਨ, ਮਿਸੀਸੋਗਾ ਅਤੇ ਵੁੱਡਬਾਈਨ ਰੇਸ ਟਰੈਕ ਸਮੇਤ ਐਟੋਬੀਕੌਗ ਦੇ ਕੁਝ ਭਾਗ, ਐਟੋਬੀਕੌਗ ਜਨਰਲ ਹਸਪਤਾਲ ਅਤੇ ਕਿਪਲਿੰਗ ਸਬਵੇ ਤੱਕ ਟਰਾਂਸ ਹੈਲਪ ਸੇਵਾਵਾਂ ਮੌਜੂਦ ਹਨ। ਸਮੁਦਾਇਕ ਦੇਖਭਾਲ ਅਤੇ ਪ੍ਰਵੇਸ਼ ਕੇਂਦਰ ਨੂੰ ਪੂਰੀ ਤਰ੍ਹਾਂ ਵੱਲੋਂ ਫੰਡ ਕੀਤੀਆਂ ਪੁਨਰਵਾਸ ਸੇਵਾਵਾਂ ਪ੍ਰਦਾਨ ਕਰਨ ਲਈ ਤੁਹਾਡੇ ਘਰ ਜਾਣਾ ਹੋਵੇਗਾ। ਹਸਪਤਾਲ ਵੱਲੋਂ ਛੁੱਟੀ ਹੋਣ ਤੋਂ ਪਹਿਲਾਂ ਟੀਮ ਵੱਲੋਂ CCAC ਸੇਵਾਵਾਂ ਨੂੰ ਸਵਚਾਲਿਤ ਰੂਪ ਤੋਂ ਤੁਹਾਡੇ ਲਈ ਵਿਵਸਥਾ ਕੀਤੀ ਜਾਵੇਗੀ। ਸੈਸ਼ਨ ਦੀ ਤਾਦਾਦ CCAC ਵੱਲੋਂ ਤੁਹਾਡੇ ਛੁੱਟੀ ਦੇ ਬਾਅਦ ਕੀਤੇ ਜਾਇਜ਼ੇ ਉੱਤੇ ਨਿਰਭਰ ਕਰਦੀ ਹੈ। 10 ਦਿਨਾਂ ਤੋਂ
3 ਹਫ਼ਤੇ ਦੀ ਕਿਸੇ ਵੀ ਇੱਕ ਮਿਆਦ ਲਈ ਤੁਹਾਡੇ ਡਾਕਟਰ ਵੱਲੋਂ ਨਿਰਦਿਸ਼ਟ ਖੂਨ ਪਤਲਾ ਕਰਨ ਦੀ ਦਵਾ ਦਿੱਤੀ ਜਾਵੇਗੀ। ਤੁਹਾਡੇ ਖੂਨ ਨੂੰ ਪਤਲਾ ਕਰਨ ਵਾਲੀ ਦਵਾ ਦਾ ਨਾਮ ਇਨੋਕਸੀਪ੍ਰਿਨ ਹੈ। ਇਹਨੂੰ ਲਵਨੌਕਸ ਦੇ ਰੂਪ ਵਿੱਚ ਵੀ ਕਿਹਾ ਜਾਂਦਾ ਹੈ। ਇਹ ਇੱਕ ਆਪਣੇ ਆਪ ਸੰਚਾਲਿਤ ਇੰਜੈਕਸ਼ਨ ਹੈ ਜੋ ਪਹਿਲਾਂ ਹੀ ਭਰੇ ਸਿਰਿੰਜ ਦੀ ਵਰਤੋਂ ਕਰ ਤੁਹਾਡੇ ਢਿੱਡ ਦੇ ਆਰ-ਪਾਰ ਇਸਤੇਮਾਲ ਹੁੰਦਾ ਹੈ। ਜਦੋਂ ਤੁਸੀਂ ਹਸਪਤਾਲ ਵਿੱਚ ਹੋ, ਤੁਹਾਡੀ ਨਰਸ ਤੁਹਾਨੂੰ ਦੱਸੇਗੀ ਜਾਂ ਤੁਹਾਡੀ ਸਹਾਇਤਾ ਕਰਨ ਵਾਲਾ ਵਿਅਕਤੀ ਹੋਵੇਗਾ ਜੋ ਦੱਸੇਗਾ ਇਹ ਇੰਜੈਕਸ਼ਨ ਕਿਵੇਂ ਇਸਤੇਮਾਲ ਕਰਨਾ ਚਾਹੀਦਾ। ਤੁਸੀਂ ਆਜ਼ਾਦ ਰੂਪ ਵੱਲੋਂ ਇਸ ਇੰਜੈਕਸ਼ਨ ਨੂੰ ਲਗਾਉਣ ਲਈ ਜ਼ਿੰਮੇਦਾਰ ਹੋ। ਹਸਪਤਾਲ ਤੁਹਾਨੂੰ ਇਹ ਲਗਾਉਣ ਲਈ ਕਿਸੇ ਨੂੰ ਨਹੀਂ ਭੇਜ ਸਕਦਾ। ਜੇਕਰ ਤੁਸੀਂ ਖੁੱਲੇ ਤੌਰ ਤੇ ਇਹ ਇੰਜੈਕਸ਼ਨ ਲਗਾਉਣ ਵਿੱਚ ਪਰੇਸ਼ਾਨੀ ਮਹਿਸੂਸ ਕਰਦੇ ਹੋ ਤਾਂ ਤੁਹਾਡੀ ਸਹਾਇਤਾ ਲਈ ਇਹ ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਨੂੰ ਦੱਸਣਾ ਜ਼ਰੂਰੀ ਹੈ। ਸਰਜਨਾਂ ਦੀਆਂ ਪ੍ਰਥਾਵਾਂ ਵੱਖ ਹੋ ਸਕਦੀ ਹੈ। ਤੁਹਾਡਾ ਸਰਜਨ ਵੱਖ ਖੂਨ ਪਤਲਾ ਕਰਨ ਵਾਲੀ ਦਵਾਈ ਚੜਾ ਸਕਦਾ ਹੈ। ਇਸ ਲਈ ਤੁਹਾਡੇ ਸਰਜਨ ਵੱਲੋਂ ਦੱਸੇ ਕਿਸੇ ਵੀ ਨਿਰਦੇਸ਼ ਦਾ ਪਾਲਨ ਜ਼ਰੂਰੀ ਹੈ। ਜੇਕਰ ਤੁਹਾਨੂੰ ਆਪਣੀ ਸਰਜਰੀ ਦੇ ਪਹਿਲੇ ਸਾਲ ਦੇ ਅੰਦਰ ਕਿਸੇ ਵੀ ਦੰਦ ਦਾ ਕੰਮ ਕਰਾਉਣ ਦੀ ਲੋੜ ਹੁੰਦੀ ਹੈ, ਸੰਭਾਵਿਕ ਸੰਕਰਮਣ ਵੱਲੋਂ ਬਚਾਉਣ ਲਈ ਆਪਣੀ ਮੁਲਾਕਾਤ ਤੋਂ ਪਹਿਲਾਂ ਐਂਟੀਬਾਇਓਟਿਕ ਲੈਣਾ ਜ਼ਰੂਰੀ ਹੈ। ਜੇਕਰ ਤੁਸੀਂ ਅਗਲੇ 12 ਮਹੀਨਿਆਂ ਦੇ ਅੰਦਰ ਆਪਣੇ ਡੈਂਟਿਸਟ ਨੂੰ ਮਿਲਣ ਦੀ ਯੋਜਨਾ ਹੈ ਤਾਂ ਮੁਲਾਕਾਤ ਪਹਿਲਾਂ ਆਪਣੇ ਥੈਰੇਪੀ ਦੀ ਗੱਲ ਦੱਸਣ ਲਈ ਉਹਨਾਂ ਨਾਲ ਸੰਪਰਕ ਕਰੋ। ਤੁਹਾਡਾ ਡੈਂਟਿਸਟ ਜਾਂ ਫੈਮਿਲੀ ਡਾਕਟਰ ਤੁਹਾਡੇ ਲਈ ਜ਼ਰੂਰੀ ਪ੍ਰਿਸਕ੍ਰਿਪਸ਼ਨ ਲਿਖ ਦੇਣਗੇ। ਤੁਹਾਡਾ ਡੈਂਟਿਸਟ ਸੂਚਿਤ ਕਰ ਸਕਦਾ ਹੈ ਕਿ ਉਹਨਾਂ ਦੀ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ। ਆਪਣੇ ਸਰਜਨ ਜਾਂ ਫਿਜ਼ੀਓਥੈਰੇਪਿਸਟ ਵੱਲੋਂ ਇਜਾਜ਼ਤ ਬਿਨਾਂ ਤੁਸੀਂ ਬਿਲਕੁਲ ਵੀ ਡਰਾਈਵ ਨਾ ਕਰੋ। ਜੇਕਰ ਤੁਸੀਂ ਇਜਾਜ਼ਤ ਤੋਂ ਪਹਿਲਾਂ ਡਰਾਈਵ ਕਰਦੇ ਹੋ ਅਤੇ ਕੋਈ ਦੁਰਘਟਨਾ ਹੁੰਦੀ ਹੈ ਤਾਂ ਤੁਹਾਡੀ ਗੱਡੀ ਦਾ ਬੀਮਾ ਤੁਹਾਨੂੰ ਕਵਰ ਨਹੀਂ ਕਰੇਗਾ। ਸਰਜਰੀ ਦੇ 4 ਤੋਂ 6 ਹਫ਼ਤੇ ਬਾਅਦ ਡਾਕਟਰ ਵੱਲੋਂ ਡਰਾਈਵ ਦੀ ਇਜਾਜ਼ਤ ਦੇਣ ਦੀ ਸੰਭਾਵਨਾ ਹੈ। ਇਸ ਦੇ ਇਲਾਵਾ ਤੁਸੀਂ ਕੋਈ ਵੀ ਨਸ਼ੀਲਾ ਪਦਾਰਥ ਨਹੀਂ ਲੈ ਸਕਦੇ ਹੋ। ਉਹ ਡਰਾਈਵਿੰਗ ਨੂੰ ਕਮਜ਼ੋਰ ਬਣਾ ਸਕਦਾ ਹੈ। ਸਰਜਰੀ ਦੇ ਬਾਅਦ ਘੱਟ ਤੋਂ ਘੱਟ 3 ਮਹੀਨੇ ਲਈ ਲੰਮੀ ਦੂਰੀ ਦੀ ਯਾਤਰਾ ਨਾ ਕਰੋ। ਇਸ ਵਿੱਚ ਡਰਾਈਵਿੰਗ ਅਤੇ ਉਡਾਨ ਵੀ ਸ਼ਾਮਿਲ ਹੈ। ਸਮਾਂ ਦੀ ਲੰਮੀ ਮਿਆਦ ਬੈਠੇ ਰਹਿਣ ਕਾਰਨ ਖੂਨ ਜਮਾਵ ਦੇ ਜੋਖਮ ਵਿੱਚ ਪਾ ਸਕਦੀ ਹੈ। ਇਸ ਦੇ ਇਲਾਵਾ ਸਰਜਰੀ ਵਾਲੀ ਥਾਂ ਸਖਤ ਹੋ ਸਕਦੀ ਹੈ ਅਤੇ ਚੱਲਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਕਿਸੇ ਵੀ ਚਿੰਤਾਵਾਂ ਜਾਂ ਪ੍ਰਸ਼ਨਾਂ ਦੇ ਬਾਰੇ ਵਿੱਚ ਕਿਰਪਾ ਕਰਕੇ ਆਪਣੀ ਨਰਸ, ਥੈਰੇਪਿਸਟ ਜਾਂ ਡਾਕਟਰ ਨੂੰ ਦੱਸੋ ਜਾਂ ਜ਼ਿਆਦਾ ਜਾਣਕਾਰੀ ਲਈ ਆਪਣਾ ਮਰੀਜ਼ ਮੈਨੂਅਲ ਵੇਖੋ।